ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਨਾ ਤਾਂ ਕਦੇ ਛੱਡਦਾ, ਨਾ ਕਦੇ ਤਿਆਗਦਾ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦਾ ਹੈ ਅਤੇ ਆਪਣੀਆਂ ਭਲਾਈਆਂ ਸਾਡੇ ਉੱਤੇ ਦਿਨ ਪ੍ਰਤੀ ਦਿਨ ਆਪਣੇ ਵਚਨ ਨਾਲ ਪ੍ਰਗਟ ਕਰਦਾ ਹੈ। ਅੱਜ ਦੇ ਵਚਨ ਦੇ ਵਿੱਚ ਤੇਰੀ ਮਹਿਮਾ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੋਵੇ। ਹਰ ਇੱਕ ਸੁਣਨ ਵਾਲੇ ਨੂੰ ਅਤੇ ਬੋਲਣ ਵਾਲੇ ਨੂੰ ਆਪਣੀ ਤੌਫੀਕ ਦੇ ਕੇ ਆਪਣੀ ਜਿਉਂਦੀ ਆਸ ਦੇ ਵਿੱਚ ਵਧਾ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਵਚਨ ਜੋ ਹੈ ਉਸ ਦਾ ਮੇਰੇ ਕੋਲ ਜੋ ਸਬਜੈਕਟ ਹੈ, ਪਰਮੇਸ਼ਵਰ ਅੱਗੋਂ ਭੱਜਣਾ। ਕਈ ਵਾਰ ਸਾਡੇ ਜੀਵਨ ਦੇ ਵਿੱਚ ਅਜਿਹੇ ਸਮੇਂ ਆਉਂਦੇ ਆ ਕਿ ਜਿਸ ਵਿੱਚ ਪਰਮੇਸ਼ਵਰ ਸਾਨੂੰ ਚਾਹੁੰਦਾ ਹੈ ਕਿ ਅਸੀਂ ਉਹਦੇ ਕਾਰਜ ਨੂੰ ਕਰੀਏ, ਪਰ ਕਈ ਵਾਰ ਅਸੀਂ ਉਸ ਕਾਰਜ ਨੂੰ ਅਤੇ ਉਸ ਕਾਰਜ ਦੇ ਵੱਡੇ ਅਹੁਦੇਦਾਰਾਂ ਨੂੰ ਵੇਖ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਭੱਜਣ ਲੱਗ ਜਾਂਦੇ ਹਾਂ। ਦੂਸਰਾ, ਕਈ ਵਾਰ ਸਾਡੇ ਜੀਵਨ ਦੇ ਵਿੱਚ ਅਜਿਹੇ ਪਰਮੇਸ਼ਵਰ ਦੇ ਹੁਕਮ ਹੁੰਦੇ ਨੇ, ਅਸੀਂ ਉਹਨਾਂ ਹੁਕਮਾਂ ਨੂੰ ਜਾਣਦੇ ਹੋਏ ਵੀ ਕੀ ਕਰਦੇ ਹਾਂ, ਉਸ ਨੂੰ ਤੋੜ ਕੇ ਉਸ ਤੋਂ ਭੱਜਦੇ ਹਾਂ। ਅਸੀਂ ਸੋਚਦੇ ਹਾਂ ਕਿ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਸਾਨੂੰ ਦੇਖਦਾ ਜਾਂ ਨਹੀਂ ਦੇਖਦਾ। ਕਈ ਵਾਰ ਸਾਡੇ ਜੀਵਨ ਦੇ ਵਿੱਚ ਸ਼ਤਰੂ ਸਾਡੇ ਜੀਵਨ ਨੂੰ ਇੰਨਾ ਕਠੋਰ ਕਰ ਦਿੰਦਾ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਨੂੰ ਜਾਣਦੇ ਹੋਏ ਵੀ ਅਣਜਾਣ ਬਣ ਕੇ ਉਸ ਤੋਂ ਦੂਰ ਹੋ ਜਾਂਦੇ ਹਾਂ। ਇਹ ਬਹੁਤ ਵੱਡਾ ਵਿਸ਼ਵਾਸੀ ਜੀਵਨ ਦੇ ਵਿੱਚ ਔਰ ਅਵਿਸ਼ਵਾਸੀ ਜੀਵਨ ਦੇ ਵਿੱਚ ਇੱਕ ਸਵਾਲ ਹੈ। ਮੈਂ ਇਹ ਗੱਲ ਆਪ ਦੇ ਨਾਲ ਇੱਕ ਵਚਨ ਦੇ ਵਿੱਚੋਂ ਕਰਨਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਜਦੋਂ ਪਰਮੇਸ਼ਵਰ ਆਪ ਨੂੰ ਆਵਾਜ਼ ਦੇਵੇ ਔਰ ਆਪ ਨੂੰ ਅਜਿਹੀਆਂ ਵਿਕਟ ਪਰਿਸਥਿਤੀਆਂ ਦੇ ਵਿੱਚ ਬੁਲਾਵੇ ਤਾਂ ਆਪ ਕੀ ਕਰੋਗੇ? ਆਪ ਦਾ ਉਦੇਸ਼ ਕੀ ਹੈ? ਜਿਵੇਂ ਇਸ ਸਮੇਂ ਮੈਂ ਹਿੰਦੁਸਤਾਨ ਦੇ ਵਿੱਚ ਇੱਕ ਗੱਲ ਲੈ ਰਿਹਾ ਹਾਂ। ਇਸ ਸਮੇਂ ਸਾਡੇ ਹਿੰਦੁਸਤਾਨ ਦੇ ਵਿੱਚ ਪਰਿਸਥਿਤੀਆਂ ਪ੍ਰਭੂ ਦੇ ਪ੍ਰਚਾਰ ਦੇ ਪ੍ਰਤੀ ਬਹੁਤ ਵਿਕਟ ਨੇ। ਅਸੀਂ ਆਜ਼ਾਦੀ ਦੇ ਨਾਲ ਕਿਸੇ ਵੀ ਜਗ੍ਹਾ ਦੇ ਉੱਤੇ ਪ੍ਰਚਾਰ ਨਹੀਂ ਕਰ ਸਕਦੇ ਹਾਂ। ਜੇ ਅਸੀਂ ਪ੍ਰਚਾਰ ਕਰਨ ਦੇ ਲਈ ਆਜ਼ਾਦੀ ਦੇ ਵਿੱਚ ਜਾਂਦੇ ਹਾਂ ਤਾਂ ਬਹੁਤ ਸਾਰੇ ਲੋਕ ਸਾਡੇ ਵਿਰੋਧ ਵਿੱਚ ਖੜੇ ਹੋ ਜਾਂਦੇ ਆ। ਕਈਆਂ ਦੇ ਵਿੱਚ ਡਰ ਹੁੰਦਾ ਹੈ ਕਿ ਅਸੀਂ ਜਾਈਏ ਜਾਂ ਨਾ ਜਾਈਏ। ਔਰ ਜਦੋਂ ਪਰਮੇਸ਼ਵਰ ਸਾਨੂੰ ਇਸ ਤਰੀਕੇ ਨਾਲ ਬੁਲਾਉਂਦਾ ਹੈ ਤਾਂ ਅਸੀਂ ਉਸ ਦੇ ਲਈ ਬਹੁਤ ਸਾਰੇ ਬਹਾਨੇ ਅਤੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਇੱਕ ਅਜਿਹਾ ਹੀ ਕਰੈਕਟਰ ਮੈਂ ਆਪ ਦੇ ਅੱਗੇ ਲੈ ਕੇ ਆ ਰਿਹਾ ਹਾਂ, ਜਿਸ ਤੋਂ ਅਸੀਂ ਸਿੱਖਦੇ ਹਾਂ ਕਿ ਪਰਮੇਸ਼ਵਰ ਸਾਨੂੰ ਬੁਲਾਉਂਦਾ ਹੈ ਤਾਂ ਉਸ ਦਾ ਉਦੇਸ਼ ਕੀ ਹੈ ਸਾਡੇ ਜੀਵਨ ਦੇ ਵਿੱਚ। ਇਹ ਕਰੈਕਟਰ ਯੋਨਾਹ ਨਬੀ ਦੇ ਜੀਵਨ ਤੋਂ ਹੈ, ਜਿਸ ਨੂੰ ਮੈਂ ਇੱਕ ਅਧਿਆਇ ਉਸ ਦੀ 2 ਅਤੇ 3 ਆਇਤਾਂ ਵਿੱਚੋਂ ਲਿਆ ਹੈ। ਇੱਥੇ ਪਰਮੇਸ਼ਵਰ ਯੋਨਾਹ ਨਬੀ ਨੂੰ ਕਹਿੰਦਾ, ਉੱਠ ਅਤੇ ਉਸ ਵੱਡੇ ਸ਼ਹਿਰ ਨੀਨਵੇ ਨੂੰ ਜਾ ਅਤੇ ਉਸ ਦੇ ਵਿਰੁੱਧ ਪੁਕਾਰ, ਕਿਉਂ ਜੋ ਉਹਨਾਂ ਦੀ ਬੁਰਾਈ ਮੇਰੇ ਸਨਮੁਖ ਉਤਾਹਾਂ ਆਈ ਹੈ। ਦੂਸਰੀ ਆਇਤ ਦੇ ਵਿੱਚ ਲਿਖਿਆ ਹੈ, ਪਰ ਯੋਨਾਹ ਪਰਮੇਸ਼ਵਰ ਦੇ ਹਜ਼ੂਰੋਂ ਤਰਸ਼ੀਸ਼ ਨੂੰ ਭੱਜਣ ਲਈ ਉੱਠਿਆ ਅਤੇ ਯਾਫਾ ਵੱਲ ਉਤਰ ਗਿਆ ਅਤੇ ਉੱਥੇ ਇੱਕ ਜਹਾਜ਼ ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ ਉਸ ਨੂੰ ਲੱਭ ਪਿਆ। ਤਦ ਉਸ ਦਾ ਭਾੜਾ ਦੇ ਕੇ ਉਹ ਉਸ ਉੱਤੇ ਚੜ੍ਹਿਆ। ਭਾਈ ਯਹੋਵਾ ਦੇ ਹਜ਼ੂਰੋਂ ਉਹਨਾਂ ਦੇ ਨਾਲ ਤਰਸ਼ੀਸ਼ ਨੂੰ ਜਾਵੇ। ਪਰਮੇਸ਼ਵਰ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਆਵਾਜ਼ ਦਿੰਦਾ ਹੈ। ਸਾਨੂੰ ਕੀ ਕਰਨਾ ਹੈ, ਕੀ ਕਰਨਾ ਚਾਹੀਦਾ ਹੈ? ਕਿ ਸਾਡੇ ਵਿੱਚ ਪਰਮੇਸ਼ਵਰ ਦੀ ਆਵਾਜ਼ ਦਾ ਡਰ ਹੈ? ਕਿ ਸਾਡੇ ਜੀਵਨ ਵਿੱਚ ਪਰਮੇਸ਼ਵਰ ਦੇ ਆਵਾਜ਼ ਦੇ ਪ੍ਰਤੀ ਆਗਿਆਕਾਰੀਤਾ ਹੈ? ਕਿ ਪਰਮੇਸ਼ਵਰ ਦੇ ਆਵਾਜ਼ ਦੇ ਪ੍ਰਤੀ ਸਾਡੇ ਜੀਵਨ ਦੇ ਵਿੱਚ ਸੱਚਾਈ ਦੀ ਪਾਲਣਾ ਕਰਨਾ ਹੈ? ਕਿ ਪਰਮੇਸ਼ਵਰ ਦੀ ਆਵਾਜ਼
ਦੇ ਨਾਲ ਸਾਡੇ ਜੀਵਨ ਦੇ ਵਿੱਚ ਉਸ ਦੇ ਨਿਮਿਤ ਉਸ ਦੇ ਪ੍ਰੇਮ ਵਿੱਚ ਬਣੇ ਰਹਿਣਾ ਜਾਂ ਖੜੇ ਰਹਿਣਾ ਹੈ। ਇਹ ਗੱਲਾਂ ਮੈਨੂੰ ਯੋਨਾ ਨਬੀ ਦੇ ਜੀਵਨ ਦੇ ਵਿੱਚੋਂ ਜਦੋਂ ਮੈਂ ਉਸਦੇ ਇਸ ਜੀਵਨ ਨੂੰ ਪੜ੍ਹਦਾ ਹਾਂ ਤਾਂ ਨਜ਼ਰ ਆਉਂਦੀਆਂ। ਅੱਜ ਕੱਲ੍ਹ ਦੇ ਵਿਸ਼ਵਾਸੀ ਇਸ ਮਾਹੌਲ ਨੂੰ ਦੇਖ ਕੇ ਡਰ ਚੁੱਕੇ ਨੇ, ਉਹਨਾਂ ਦੇ ਵਿੱਚ ਡਰ ਆ ਚੁੱਕਾ ਹੈ, ਜਿਸ ਤਰ੍ਹਾਂ ਯੋਨਾ ਨਬੀ ਦੇ ਜੀਵਨ ਦੇ ਵਿੱਚ ਆਇਆ ਅਤੇ ਉਹ ਉਸ ਗੱਲ ਤੋਂ ਦੂਰ ਭੱਜਣ ਲੱਗ ਗਿਆ। ਮੈਂ ਇਹ ਨਹੀਂ ਚਾਹੁੰਦਾ ਕਿ ਅਸੀਂ ਪਰਿਸਥਿਤੀਆਂ ਦੇ ਵਿਰੁੱਧ ਹੋ ਕੇ ਭੱਜੀਏ, ਪਰ ਜਦੋਂ ਮੈਨੂੰ ਪਰਮੇਸ਼ਰ ਬੁਲਾਉਂਦਾ ਹੈ ਤਾਂ ਮੈਨੂੰ ਜਾਣਾ ਚਾਹੀਦਾ ਹੈ, ਮੈਨੂੰ ਉੱਥੇ ਰੁਕਣਾ ਨਹੀਂ ਚਾਹੀਦਾ। ਪਰ ਜਦੋਂ ਸਾਡੇ ਜੀਵਨ ਦੇ ਵਿੱਚ ਆਵਾਜ਼ ਆਉਂਦੀ ਹੈ ਤਾਂ ਅਸੀਂ ਡਰ ਜਾਂਦੇ ਹਾਂ ਅਤੇ ਉਸ ਕਾਰਜ ਨੂੰ ਕਰਦੇ ਨਹੀਂ, ਜਿਸ ਤਰ੍ਹਾਂ ਯੋਨਾ ਨਬੀ ਨੇ ਕੀਤਾ। ਉਸ ਦੇ ਜੀਵਨ ਦੇ ਵਿੱਚ ਡਰ ਕੀ ਆਇਆ? ਉਸ ਦੇ ਜੀਵਨ ਦੇ ਵਿੱਚ ਕਿਹੜੀ ਚੀਜ਼ ਆਪਣਾ ਉਸ ਦੇ ਵਿੱਚ ਆਈ? ਉਸਨੇ ਕਿਹਾ ਜੇ ਮੈਂ ਇਸ ਤਰ੍ਹਾਂ ਦਾ ਸੰਦੇਸ਼ ਨੀਨਵੇ ਦੇ ਵਿੱਚ ਦਵਾਂਗਾ ਤਾਂ ਨੀਨਵੇ ਦੇ ਰਾਜਾ ਅਤੇ ਉੱਥੇ ਦੇ ਲੋਕ ਮੈਨੂੰ ਮਾਰ ਦੇਣਗੇ। ਉਸ ਦੇ ਮਨ ਦੇ ਵਿੱਚ ਇਹ ਗੱਲ ਆਈ ਹੈ। ਪਰ ਮੈਂ ਇਸ ਚੀਜ਼ ਨੂੰ ਸਮਝਦਾ ਹਾਂ, ਜਿਵੇਂ ਪੌਲਸ ਰਸੂਲ ਨੇ ਵੀ ਕਿਹਾ, ਜਿਹਨੇ ਸਾਨੂੰ ਸੱਦਿਆ ਹੈ, ਜਿਹਨੇ ਸਾਨੂੰ ਬੁਲਾਇਆ ਹੈ, ਉਹ ਸਾਡੀ ਸੁਰੱਖਿਆ ਦਾ ਜ਼ਿੰਮਾ ਆਪਣੇ ਉੱਤੇ ਲੈਂਦਾ ਹੈ, ਕਿਉਂਕਿ ਅਸੀਂ ਉਹਦੇ ਹਾਂ, ਉਹਨੇ ਸਾਨੂੰ ਚੁਣਿਆ ਹੈ। ਯੋਨਾ ਬਹੁਤ ਸਾਰੀਆਂ ਪਰਮੇਸ਼ਰ ਦੀਆਂ ਗੱਲਾਂ ਨੂੰ ਜਾਣਦੇ ਹੋਏ ਵੀ, ਪਰਮੇਸ਼ਰ ਦੇ ਸਮਰੱਥ ਨੂੰ ਜਾਣਦੇ ਹੋਏ ਵੀ, ਪਰਮੇਸ਼ਰ ਦੀ ਤਾਕਤ ਨੂੰ ਜਾਣਦੇ ਹੋਏ ਵੀ ਉਸ ਤੋਂ ਦੂਰ ਭੱਜ ਰਿਹਾ ਸੀ। ਮੈਨੂੰ ਯਾਦ ਆਉਂਦਾ ਹੈ ਜਦੋਂ ਬਾਗੇ ਅਦਨ ਦੇ ਵਿੱਚ ਪਰਮੇਸ਼ਰ ਨੇ ਆਦਮ ਨੂੰ ਬਣਾਇਆ ਸੀ ਤਾਂ ਉਸ ਨੇ 2 ਅਧਿਆਏ ਦੀ 17 ਆਇਤ ਦੇ ਵਿੱਚ ਕਿਹਾ ਸੀ ਕਿ ਤੂੰ ਬਾਗ ਦੇ ਸਾਰੇ ਫਲ ਵੇਖ ਕੇ ਖਾ ਸਕਦਾ ਹੈ, ਪਰ ਜੋ ਬਾਗ ਦੇ ਵਿਚਕਾਰ ਭਲੇ ਬੁਰੇ ਦੀ ਸਿਆਣ ਦਾ ਵ੍ਰਿਕਸ਼ ਹੈ ਉਸ ਦੇ ਵਿੱਚੋਂ ਨਾ ਖਾਈ, ਜਿੱਦਣ ਤੂੰ ਖਾਵੇਂਗਾ ਤੂੰ ਜ਼ਰੂਰ ਮਰ ਜਾਵੇਂਗਾ। ਇਹ ਹਦਾਇਤ ਪਰਮੇਸ਼ਰ ਨੇ ਆਦਮ ਨੂੰ ਦਿੱਤੀ ਹੋਈ ਸੀ, ਪਰ ਆਦਮ ਨੇ ਕੀ ਕੀਤਾ? ਆਦਮ ਦੇ ਨਾਲ ਜੋ ਸਹਾਇਕ ਪਰਮੇਸ਼ਰ ਨੇ ਦਿੱਤਾ ਸੀ, ਉਹ ਉਸ ਡਰ ਔਰ ਉਸ ਜੋ ਉਹਨਾਂ ਨੂੰ ਭਰਮਾਉਣ ਵਾਲਾ ਇਸ ਯੁੱਗ ਦਾ ਈਸ਼ਵਰ ਸੀ, ਉਹਦੇ ਬਹਿਕਾਵੇ ਦੇ ਵਿੱਚ ਆ ਕੇ ਉਹਨਾਂ ਨੇ ਉਸ ਦੇ ਹੁਕਮ ਨੂੰ, ਉਸ ਦੇ ਰੂਲ ਨੂੰ ਤੋੜ ਦਿੱਤਾ। ਤਾਂ ਕੀ ਹੋਇਆ? ਜਦੋਂ ਪਰਮੇਸ਼ਰ ਬਾਗੇ ਅਦਨ ਦੇ ਵਿੱਚ ਆਇਆ, ਉਸਨੇ ਆਵਾਜ਼ ਲਾਈ, ਆਦਮ ਐ ਆਦਮ, ਤਾਂ ਲਿਖਿਆ ਆਦਮ ਭੱਜ ਕੇ ਝਾੜੀਆਂ ਦੇ ਵਿੱਚ ਛੁਪ ਗਿਆ। ਇਹਦਾ ਮਤਲਬ ਆਪਣੇ ਆਪ ਨੂੰ ਪਰਮੇਸ਼ਰ ਤੇ ਅੱਗੋਂ ਭੱਜਣਾ ਅਤੇ ਆਪਣੇ ਆਪ ਨੂੰ ਪਰਮੇਸ਼ਰ ਤੋਂ ਲੁਕਾਉਣਾ। ਇਹ ਬੜੀ ਸਾਡੇ ਜੀਵਨ ਦੇ ਵਿੱਚ ਦਿਲਚਸਪ ਗੱਲ ਹੈ। ਜਦੋਂ ਅਸੀਂ ਪਰਮੇਸ਼ਰ ਦੇ ਆਗਿਆ ਦਾ ਉਲੰਘਣ ਕਰ ਦਿੰਦੇ ਹਾਂ, ਪਰਮੇਸ਼ਰ ਦੇ ਹੁਕਮ ਨੂੰ ਛੱਡ ਕੇ ਦੂਸਰੇ ਰਸਤੇ ਨੂੰ ਭੱਜਦੇ ਹਾਂ, ਤਦ ਸਾਡੇ ਜੀਵਨ ਦੇ ਵਿੱਚ ਡਰ ਆਉਂਦਾ ਹੈ ਤੇ ਅਸੀਂ ਭੱਜਦੇ ਹਾਂ। ਮੈਂ ਸਮਝਦਾ ਹਾਂ ਕਿ ਉਹ ਇਨਸਾਨ ਸੀ। ਇਨਸਾਨ ਦੇ ਵਿੱਚ ਇਸ ਧਰਤੀ ਦਾ ਡਰ ਬਾਬੇ ਆਦਮ ਦੇ ਸੁਭਾਅ ਤੋਂ ਸਾਡੇ ਜੀਵਨਾਂ ਦੇ ਵਿੱਚ ਚੱਲਿਆ ਆ ਰਿਹਾ। ਇਹ ਫਿਤਰਤ ਹੈ ਸਾਡੇ ਵਿੱਚ ਕਿ ਅਸੀਂ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਸੱਚਾਈ ਦੀ ਗੱਲ ਹੈ ਤਾਂ ਸਾਡੇ ਬੱਚਿਆਂ ਦੇ ਵਿੱਚ ਵੀ ਆਉਂਦੀ ਹੈ, ਸਾਡੇ ਵਿੱਚ ਵੀ ਆਉਂਦੀ ਹੈ। ਅਸੀਂ ਪਰਮੇਸ਼ਰ ਦੀ ਸਿੱਧੀ ਦਿਸ਼ਾ ਤੋਂ ਉਲਟ ਦਿਸ਼ਾ ਦੇ ਵਿੱਚ ਭੱਜਣਾ ਸ਼ੁਰੂ ਕਰ ਦਿੰਦੇ ਹਾਂ। ਚਾਹੇ ਉਹ ਬਿਜ਼ਨਸ ਦਾ ਕੰਮ ਹੋਵੇ, ਚਾਹੇ ਉਹ ਪਰਮੇਸ਼ਰ ਦੇ ਘਰ ਦਾ ਕੰਮ ਹੋਵੇ, ਚਾਹੇ ਉਹ ਸਾਡੀ ਫੈਮਿਲੀ ਲਾਈਫ ਦੀ ਗੱਲ ਹੋਵੇ, ਚਾਹੇ ਉਹ ਸਾਡੇ ਸੱਜਣ ਮਿੱਤਰ ਦੀ ਗੱਲ ਹੋਵੇ, ਚਾਹੇ ਉਹ ਸਾਡੇ ਰਿਸ਼ਤੇਦਾਰੀ ਦੀ ਗੱਲ ਹੋਵੇ। ਇਹ ਸਾਰੀਆਂ ਗੱਲਾਂ ਦੇ ਵਿੱਚ ਜਦੋਂ ਸੱਚਾਈ ਸਾਡੇ ਸਾਹਮਣੇ ਆਉਂਦੀ ਹੈ ਤਾਂ ਅਸੀਂ ਵਿਪਰੀਤ ਜਾਣਾ ਸ਼ੁਰੂ ਕਰ ਦਿੰਦੇ ਹਾਂ। ਕਈ ਵਾਰ ਪਰਮੇਸ਼ਰ ਸਾਨੂੰ ਕਲੀਸਿਆ ਦੀ ਜ਼ਿੰਮੇਵਾਰੀ ਸਾਨੂੰ ਸੌਂਪਣਾ ਚਾਹੁੰਦਾ ਹੈ। ਉਹ ਕਹਿੰਦਾ ਹੈ ਕਿ ਤੁਸੀਂ ਆਹ ਕੰਮ ਕਰੋ, ਤਾਂ ਅਸੀਂ ਉਸ ਜ਼ਿੰਮੇਵਾਰੀ ਤੋਂ ਭੱਜਣ ਦੇ ਲਈ ਉਸ ਜਗ੍ਹਾ ਦੇ ਉੱਤੇ ਦੂਸਰੀ ਜਗ੍ਹਾ ਦੇ ਉੱਤੇ ਜਾਣਾ ਸ਼ੁਰੂ ਕਰ ਦਿੰਦੇ ਹਾਂ। ਵਿਸ਼ਵਾਸੀ ਦੇ ਲਈ ਉਚਿਤ ਨਹੀਂ ਹੈ।
ਵਿਸ਼ਵਾਸੀ ਨੂੰ ਜੋ ਦੱਸਿਆ ਗਿਆ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ, ਕਿਉਂਕਿ ਪਰਮੇਸ਼ਰ ਨੇ ਉਸ ਦੇ ਵਿੱਚ ਮੇਰੇ ਅਤੇ ਆਪ ਦੇ ਲਈ ਭਲਾਈ ਰੱਖੀ ਹੋਈ ਹੈ, ਔਰ ਉਹ ਭਲਾਈ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਆਸ਼ੀਸ਼ ਬਣ ਕੇ ਆਉਂਦੀ ਹੈ। ਦਾਊਦ ਬਾਦਸ਼ਾਹ ਦੇ ਜੀਵਨ ਦੇ ਵਿੱਚ ਵੀ ਇਹ ਗੱਲਾਂ ਆਈਆਂ ਸੀ। ਤਾਂ ਦਾਊਦ ਬਾਦਸ਼ਾਹ ਆਪਣੇ ਜੀਵਨ ਦੇ ਵਿੱਚ ਕੀ ਕਹਿੰਦਾ ਹੈ, ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਜ਼ਬੂਰ 139 ਉਸ ਦੀ 7 ਤੋਂ 10 ਆਇਤਾਂ ਦੇ ਵਿੱਚ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਜ਼ਬੂਰ 147 ਇੱਥੇ ਲਿਖਿਆ ਹੈ, ਦਾਊਦ ਬਾਦਸ਼ਾਹ ਪਰਮੇਸ਼ਰ ਦੇ ਅੱਗੇ ਕਹਿੰਦਾ ਹੈ, ਜਦੋਂ ਅਸੀਂ ਪਰਮੇਸ਼ਰ ਤੋਂ ਭੱਜਦੇ ਹਾਂ ਤਾਂ ਦਾਊਦ ਸਮਝ ਚੁੱਕਾ ਹੈ ਕਿ ਮੈਂ ਪਰਮੇਸ਼ਰ ਤੋਂ ਭੱਜ ਕੇ ਕਿਤੇ ਵੀ ਨਹੀਂ ਜਾ ਸਕਦਾ। ਜੋ ਗੱਲ ਪਰਮੇਸ਼ਰ ਨੇ ਮੇਰੇ ਜੀਵਨ ਦੇ ਵਿੱਚ ਨਿਰਧਾਰਿਤ ਕੀਤੀ ਹੈ ਕਿ ਇਹ ਤੈਨੂੰ ਕਰਨਾ ਹੈ ਤਾਂ ਕਰਨਾ ਹੀ ਹੈ, ਉਸ ਤੋਂ ਮੈਂ ਕਿਤੇ ਵੀ ਭੱਜ ਨਹੀਂ ਸਕਦਾ। ਪਰਮੇਸ਼ਰ ਮੁੜ ਮੈਨੂੰ ਉਸ ਜਗ੍ਹਾ ਦੇ ਉੱਤੇ ਲਿਆ ਕੇ ਖੜਾ ਕਰ ਦੇਵੇਗਾ ਜਿਸ ਪਰਪਸ ਦੇ ਲਈ ਪਰਮੇਸ਼ਰ ਨੇ ਮੈਨੂੰ ਰੱਖਿਆ ਹੈ। ਇੱਥੇ ਕੀ ਦੇਖਦੇ ਹਾਂ 7 ਆਇਤ ਦੇ ਵਿੱਚ 139 ਦਾ 7, ਮੈਂ ਤੇਰੇ ਆਤਮਾ ਤੋਂ ਕਿੱਧਰ ਜਾਵਾਂ, ਤੇਰੀ ਹਜ਼ੂਰੀ ਤੋਂ ਕਿੱਧਰ ਨੱਠਾਂ। ਜੇ ਮੈਂ ਆਕਾਸ਼ ਉੱਤੇ ਚੜ ਜਾਵਾਂ ਤੂੰ ਉੱਥੇ ਹੈ, ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ ਵੇਖ ਤੂੰ ਉੱਥੇ ਹੈ। ਜੇ ਮੈਂ ਫਜ਼ਰ ਦੇ ਖੰਭਾਂ ਨੂੰ ਲਾ ਕੇ ਸਮੁੰਦਰ ਦੇ ਆਖਰ ਵਿੱਚ ਜਾ ਵਸਾਂ ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਗਾ, ਤੇਰਾ ਸੱਜਾ ਹੱਥ ਮੈਨੂੰ ਫੜ ਲਵੇਗਾ, ਤੇਰਾ ਸੱਜਾ ਹੱਥ ਮੈਨੂੰ ਫੜ ਲੈ, ਤੇਰੀ ਸੱਚਾਈ ਮੈਨੂੰ ਛੱਡੇਗੀ ਨਹੀਂ। ਕਿੱਥੇ ਭੱਜ ਕੇ ਜਾਵਾਂਗੇ ਅਸੀਂ? ਪਰਮੇਸ਼ਰ ਨੇ ਮੈਨੂੰ ਚੁਣਿਆ ਹੈ, ਪਰਮੇਸ਼ਰ ਨੇ ਮੈਨੂੰ ਰੱਖਿਆ ਹੈ, ਤਾਂ ਮੈਂ ਉਸ ਤੋਂ ਭੱਜ ਨਹੀਂ ਸਕਦਾ। ਨੂਹਾਂ ਨੂੰ ਪਰਮੇਸ਼ਰ ਨੇ ਕਮਾਂਡ ਦਿੱਤੀ, ਨੂਹਾਂ ਨੂੰ ਕਿਹਾ ਕਿ ਇਹਨਾਂ ਲੋਕਾਂ ਨੂੰ ਸੰਦੇਸ਼ ਦੇਣਾ ਹੈ ਔਰ ਤੂੰ ਆਪਣੇ ਲਈ ਇੱਕ ਬੇੜੀ ਤਿਆਰ ਕਰਨੀ ਹੈ। ਨੂਹਾ ਬੇੜੀ ਵੀ ਬਣਾ ਰਿਹਾ ਹੈ, ਪ੍ਰਚਾਰ ਵੀ ਕਰ ਰਿਹਾ ਹੈ ਤੇ ਉਹਨਾਂ ਦੇ ਤਾਨੇ ਮਿਹਣੇ ਅਤੇ ਉਹਨਾਂ ਦੇ ਮਜ਼ਾਕ ਵੀ ਸਹਿ ਰਿਹਾ ਹੈ, ਪਰ ਉਹ ਭੱਜਿਆ ਨਹੀਂ। ਉਹ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਕੰਮ ਕਰਦਾ ਰਿਹਾ ਹੈ। ਨੂਹਾ ਦੇ ਜੀਵਨ 'ਚ ਹੋਇਆ ਕੀ ਹੈ? ਨੂਹਾ ਅਤੇ ਨੂਹਾ ਦਾ ਪਰਿਵਾਰ 8 ਜੀ, 3 ਉਹਦੇ ਬੇਟੇ ਅਤੇ 3 ਨੂਹਾਂ ਅਤੇ ਨੂਹਾ ਦੀ ਪਤਨੀ ਬਚ ਗਏ। ਉਹਦੀ ਕਮਾਂਡ ਦੇ ਅਨੁਸਾਰ ਕੰਮ, ਉਹ ਭੱਜੇ ਨਹੀਂ। ਉਹਨੇ ਇਹ ਨਹੀਂ ਸੋਚਿਆ ਕਿ ਲੋਕ ਮੈਨੂੰ ਕੀ ਕਹਿਣਗੇ, ਉਹਨੇ ਇਹ ਨਹੀਂ ਸੋਚਿਆ ਕਿ ਲੋਕਾਂ ਨੇ ਮੇਰੇ ਉੱਤੇ ਕਿਸ ਤਰ੍ਹਾਂ ਦਬਾਅ ਪਾਉਣਾ ਹੈ, ਉਹਨੇ ਇਹ ਨਹੀਂ ਸੋਚਿਆ ਕਿ ਜੋ ਮੈਂ ਕਰ ਰਿਹਾ ਲੋਕ ਇਹਦੇ ਬਾਰੇ ਮੈਨੂੰ ਕੀ ਕਹਿਣਗੇ, ਮੇਰੇ ਰਿਸ਼ਤੇਦਾਰ ਕੀ ਕਹਿਣਗੇ, ਮੇਰੇ ਭਾਈ ਭੈਣ ਕੀ ਕਹਿਣਗੇ, ਮੇਰੇ ਫਲਾਨਾ ਕੀ ਕਹੇਗਾ। ਉਹਨੇ ਨਹੀਂ ਸੋਚਿਆ। ਉਹਨੇ ਇਹ ਸੋਚਿਆ ਕਿ ਜੇ ਮੈਂ ਪਰਮੇਸ਼ਰ ਦੀ ਕਮਾਂਡ ਦੇ ਅਨੁਸਾਰ ਨਹੀਂ ਕੀਤਾ ਤਾਂ ਮੈਂ ਵੀ ਨਾਸ਼ ਹੋ ਜਾਵਾਂਗਾ। ਪਿਆਰੋ, ਯੋਨਾ ਨਬੀ ਵੀ ਪਰਮੇਸ਼ਰ ਦੀ ਕਮਾਂਡ ਸੁਣ ਕੇ ਦੂਸਰੇ ਪਾਸੇ ਭੱਜਿਆ ਔਰ ਪਰਮੇਸ਼ਰ ਨੇ ਪ੍ਰਚੰਡ ਹਨੇਰੀ ਚਲਾ ਦਿੱਤੀ। ਜਹਾਜ਼ ਗਰਕਣ ਤੇ ਆ ਗਿਆ। ਜਹਾਜ਼ ਦੇ ਲੋਕਾਂ ਨੇ ਸਮਾਨ ਵੀ ਪਾਣੀ 'ਚ ਸੁੱਟ ਦਿੱਤਾ, ਪਰ ਜਦੋਂ ਉਹਨਾਂ ਨੇ ਯੋਨਾ ਨੂੰ ਥੱਲੇ ਬਾਕਸ ਦੇ ਵਿੱਚ ਸੁੱਤੇ ਵੇਖਿਆ, ਉਹਨਾਂ ਨੇ ਕਿਹਾ ਸਾਡੀ ਜਾਨ ਤੇ ਆਈ ਹੈ, ਸੁੱਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਗੁਣਾ ਪਾਵਾਂਗੇ। ਗੁਣਾ ਦਾ ਭਾਵ ਪਰਚੀਆਂ, ਜਿਹਨੂੰ ਅਸੀਂ ਚਿੱਠੀਆਂ ਕਹਿੰਦੇ, ਵੀ ਚਿੱਠੀ ਜਹਾਜ਼ ਦੇ ਵਿੱਚ ਜਿਸ ਲੋਕ ਦੇ ਕਾਰਨ ਆਏਗੀ ਉਸ ਦੇ ਪਰਮੇਸ਼ਵਰ ਦੇ ਕਾਰਨ ਇਹ ਵਿਪਤਾ ਸਾਡੇ ਉੱਤੇ ਆਈ ਹੈ। ਚਿੱਠੀ ਯੋਨਾ ਦੇ ਨਾਂ ਤੇ ਨਿਕਲੀ। ਅਸੀਂ ਕਹਿੰਦੇ ਆ ਨਾ, ਬਾਈਬਲ ਦੇ ਵਿੱਚ ਜ਼ਬੂਰਾਂ ਦੇ ਵਿੱਚ ਲਿਖਿਆ ਹੈ, ਕੀ ਲਿਖਿਆ? ਕਹਿੰਦਾ ਚਿੱਠੀਆਂ ਮਨੁੱਖਾਂ ਵੱਲੋਂ ਪਾਈਆਂ ਜਾਂਦੀਆਂ ਪਰ ਨਿਕਲਦੀਆਂ ਯਹੋਵਾ ਵੱਲੋਂ। ਯਹੋਵਾ ਕੱਢਦਾ ਹੈ ਸਹੀ, ਔਰ ਯਹੋਵਾ ਨੇ ਸਹੀ ਜੋ ਕਾਰਨ ਉਸ ਜਹਾਜ਼ ਦੇ ਉੱਤੇ ਵਿਪਤਾ ਆਈ ਹੈ
ਉਸ ਦਾ ਕਾਰਨ ਯੋਨਾ ਨੂੰ ਠਹਿਰਾ ਦਿੱਤਾ। ਔਰ ਯੋਨਾ ਨੂੰ ਉਹਨਾਂ ਲੋਕਾਂ ਨੇ ਪੁੱਛਿਆ, ਦੱਸ ਕੀ ਗੱਲ ਆ? ਯੋਨਾ ਨੇ ਸਾਫ਼ ਦੱਸ ਦਿੱਤਾ ਕਿ ਮੈਂ ਪਰਮੇਸ਼ਰ ਦੀ ਆਵਾਜ਼ ਸੁਣ ਕੇ ਉਸ ਦੇ ਵਿਪਰੀਤ ਭੱਜਿਆ। ਤਦ ਯੋਨਾ ਨੇ ਉਹਨਾਂ ਦੇ ਸਰੈਂਡਰ ਕਰਤਾ, ਮੇਰੇ ਕਾਰਨ ਇਹ ਵਿਪਤਾ ਆਈ ਹੈ, ਤੁਸੀਂ ਮੈਨੂੰ ਚੱਕ ਕੇ ਸਮੁੰਦਰ 'ਚ। ਉਹਨਾਂ ਨੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਅਤੇ ਇੱਕ ਬੇਲ ਬੜੇ ਮੱਛ ਨੇ ਉਹਨੂੰ ਨਿਕਲ ਲਿਆ। ਔਰ ਉਸ ਦੇ ਵਿੱਚ ਉਹ 3 ਦਿਨ 3 ਰਾਤਾਂ ਪ੍ਰਾਰਥਨਾ ਕਰਦਾ ਰਿਹਾ ਅਤੇ ਪਰਮੇਸ਼ਵਰ ਤੋਂ क्षमा ਮੰਗਦਾ ਰਿਹਾ। ਇਹ 3 ਦਿਨ 3 ਰਾਤਾਂ ਪ੍ਰਭੂ ਯਿਸੂ ਮਸੀਹ ਦਾ ਮੇਰੇ ਬਚਾਵ ਦੇ ਲਈ ਕੀਤੇ ਗਏ ਕਾਰਜ ਨੂੰ ਦੱਸਦਾ ਹੈ। ਮੇਰੇ ਲਈ ਪਰਮੇਸ਼ਰ ਪੁੱਤਰ ਨੇ ਪਰਮੇਸ਼ਰ ਦੇ ਹੁਕਮ ਨੂੰ ਰੱਦਿਆ ਨਹੀਂ, ਉਸ ਨੂੰ ਇਸ ਧਰਤੀ ਦੇ ਉੱਤੇ ਆ ਕੇ ਮੇਰੇ ਇੱਕ ਇੱਕ ਗੁਨਾਹ ਦਾ ਕਰਜ਼ ਇਸ ਧਰਤੀ ਦੇ ਉੱਤੇ ਉਸਨੇ ਕਾਲਵਰੀ ਕਰੂਸ ਦੇ ਉੱਤੇ ਚੁਕਾਇਆ। ਉਹ ਮਾਰਿਆ ਗਿਆ, ਕੁੱਟਿਆ ਗਿਆ, ਕੋਇਆ ਗਿਆ ਅਤੇ ਉਸ ਨੂੰ ਸਲੀਬ ਦੇ ਉੱਤੇ ਲਟਕਾ ਦਿੱਤਾ ਗਿਆ। ਉਸ ਦੇ ਇੱਕ ਇੱਕ ਲਹੂ ਦੇ ਕਤਰੇ ਨੂੰ ਉਸ ਸਲੀਬ ਦੇ ਉੱਤੇ ਬਹਾਇਆ ਗਿਆ ਮੇਰੇ ਗੁਨਾਹਾਂ ਦੇ ਬਦਲੇ। ਔਰ ਧਰਤੀ ਤੇ 3 ਦਿਨ ਦਫਨ ਕੀਤਾ ਗਿਆ। ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ। ਉਹ ਪ੍ਰਭੂ ਪਰਮੇਸ਼ਰ ਦੀ ਆਗਿਆ ਅਤੇ ਸਮਰੱਥ ਦੇ ਨਾਲ ਜੀ ਉੱਠਿਆ। ਉਹਨੂੰ ਇੱਕ ਇਨਾਮ ਮਿਲਿਆ। ਜਿਸ ਤਰ੍ਹਾਂ ਨੂਹਾ ਆਪਣੇ ਪਰਿਵਾਰ ਦੇ ਨਾਲ ਬਚਿਆ, ਉਸ ਦੇ ਰਾਹੀਂ ਅਸੀਂ ਬਚਾਏ ਗਏ। ਇੱਕ ਨਾਮ ਮਿਲਿਆ ਉਹਨੂੰ, ਉਹ ਨਾਮ ਮਿਲਿਆ ਜਿਹੜਾ ਸਭ ਨਾਮਾਂ ਤੋਂ ਸ੍ਰੇਸ਼ਟ ਸੀ। ਔਰ ਲਿਖਿਆ, ਉਸ ਦੇ ਨਾਮ ਦੇ ਕਾਰਨ ਹਰ ਇੱਕ ਜ਼ੁਬਾਨ ਅਤੇ ਹਰ ਇੱਕ ਘੁਟਨਾ ਉਸ ਦੇ ਅੱਗੇ ਝੁਕੇਗਾ ਅਤੇ ਮੰਨ ਲਵੇਗਾ ਕਿ ਯਿਸੂ ਹੀ ਪ੍ਰਭੂ ਹੈ। ਨੂਹਾ ਜਿੱਦਾਂ ਹੀ ਨੀਨਵੇ ਦੇ ਵਿੱਚ ਇਸ ਨੂੰ ਸੁੱਟਿਆ ਗਿਆ ਯੋਨਾ ਨੂੰ, ਤਾਂ ਉਸਨੇ ਜਾ ਕੇ ਉੱਥੇ ਮਨਾਦੀ ਕੀਤੀ, ਪਰਮੇਸ਼ਰ ਇਸ ਸ਼ਹਿਰ ਨੂੰ ਤਬਾਹ ਕਰਨ ਦੇ ਉੱਤੇ ਹੈ, ਤੁਸੀਂ ਪਛਤਾਪ। ਸਾਰੇ ਸ਼ਹਿਰ ਨੇ ਪਛਤਾਪ ਕੀਤਾ ਤੇ ਬਚ ਗਏ। ਪਿਆਰੇ ਅਜ਼ੀਜ਼, ਜੋ ਪਰਮੇਸ਼ਰ ਮੈਨੂੰ ਅਤੇ ਆਪ ਨੂੰ ਜ਼ਿੰਮੇਵਾਰੀ ਦਿੰਦਾ ਹੈ, ਉਸ ਨੂੰ ਵਫਾਦਾਰੀ ਨਾਲ ਕਰਨਾ ਹੈ, ਤਾਂ ਉਸ ਦਾ ਪ੍ਰਤੀਫਲ ਪਰਮੇਸ਼ਰ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਦੇਵੇਗਾ, ਜਿਸ ਤਰ੍ਹਾਂ ਉਸਨੇ ਨੂਹਾ ਦੇ ਜੀਵਨ ਦੇ ਵਿੱਚ ਦਿੱਤਾ ਹੈ। ਮੈਂ ਸਮਝਦਾ ਹਾਂ ਕਿ ਇਸਰਾਇਲ ਦੇ ਉੱਤੇ ਵੀ ਜਦੋਂ ਵਬਾ ਆਈ ਹੈ, ਆਫਤ ਆਈ ਹੈ, ਤਾਂ ਪਰਮੇਸ਼ਰ ਨੇ ਉਸ ਦੇ ਲਈ ਸਮੁੰਦਰ ਦੇ ਵਿੱਚੋਂ ਰਸਤਾ ਕੱਢਿਆ ਹੈ। ਤਾਂ ਕੀ ਮੇਰੇ ਅਤੇ ਆਪ ਦੇ ਲਈ ਨਹੀਂ ਕੱਢੇਗਾ? ਮੈਨੂੰ ਡਰਨ ਦੀ ਲੋੜ ਨਹੀਂ। ਇਸੇ ਕਰਕੇ ਤਾਂ ਪੌਲਸ ਕਹਿੰਦਾ ਹੈ ਕਿ ਮੈਨੂੰ ਮੌਤ ਦੀ ਪਰਵਾਹ ਨਹੀਂ, ਮੈਨੂੰ ਮੌਤ ਦਾ ਡਰ ਨਹੀਂ। ਕਿਉਂ? ਕਿਉਂਕਿ ਮੌਤ ਨੂੰ ਪਰਮੇਸ਼ਰ ਪੁੱਤਰ ਨੇ ਕਾਲਵਰੀ ਕਰੂਸ ਦੇ ਉੱਤੇ ਹਰਾ ਦਿੱਤਾ ਹੈ। ਹੁਣ ਸਾਨੂੰ ਮੌਤ ਤੋਂ ਡਰਨ ਦੀ ਅਤੇ ਭੱਜਣ ਦੀ ਲੋੜ ਨਹੀਂ। ਹੁਣ ਸਾਨੂੰ ਪਰਮੇਸ਼ਰ ਦੇ ਹੁਕਮ ਦੀ ਅਤੇ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਮਨਾਦੀ ਕਰਨ ਦੀ ਲੋੜ ਹੈ। ਕੀ ਮਨਾਦੀ ਕਰਨੀ ਹੈ? ਕਿ ਪ੍ਰਭੂ ਯਿਸੂ ਮਸੀਹ ਮੇਰੇ ਪਾਪਾਂ ਦੇ ਲਈ ਮਾਰਿਆ ਗਿਆ, ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ, ਹੁਣ ਉਹ ਮੇਰਾ ਪ੍ਰਭੂ ਹੈ। ਔਰ ਬਾਈਬਲ ਦੇ ਵਿੱਚ ਮਨਾਦੀ ਕਰਨ ਦੀ ਕੀ ਲੋੜ ਹੈ? ਪਾਪ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿਤ ਹੈ। ਅਤੇ ਦੂਸਰਾ ਕੀ ਹੈ? ਪਾਪ ਦੀ ਮਜ਼ਦੂਰੀ ਮੌਤ ਹੈ, ਪਰ ਪਰਮੇਸ਼ਰ ਦੀ ਬਖਸ਼ਿਸ਼ ਮਸੀਹ ਯਿਸੂ ਦੇ ਵਿੱਚ ਸਦੀਪਕ ਜਿਉਣਾ ਹੈ। ਇਹ ਸੰਦੇਸ਼ ਮੈਨੂੰ ਅਤੇ ਆਪ ਨੂੰ ਦਿੱਤਾ ਗਿਆ ਹੈ ਜਿਹੜੇ ਵਚ ਗਏ। ਸਾਨੂੰ ਇਸ ਸੰਦੇਸ਼ ਤੋਂ ਭੱਜਣਾ ਨਹੀਂ ਹੈ, ਸਾਨੂੰ ਸੁਣਾਉਣਾ ਹੈ। ਕਈ ਵਾਰ ਬਿਮਾਰੀ ਦੇ ਕਾਰਨ ਨਹੀਂ, ਠੰਡ ਬਹੁਤ ਹੈ ਮੈਂ ਨਹੀਂ ਜਾ ਸਕਦਾ, ਉਹ ਗਰਮੀ ਬਹੁਤ ਹੈ ਮੈਂ ਨਹੀਂ ਜਾ ਸਕਦਾ। ਪਰਮੇਸ਼ਰ ਨੇ ਜਦੋਂ ਸਵਰਗ ਤੋਂ ਆਇਆ, ਉਸਨੇ ਇਹ ਚੀਜ਼ ਨਹੀਂ ਦੇਖੀ। ਮੈਂ ਪਰਮੇਸ਼ਰ ਦੇ ਸਿਆਸਨ ਦੀ ਗੱਲ ਕਰ ਰਿਹਾ ਸੀ, ਦੇਖ ਰਿਹਾ ਸੀ ਕਿ ਪਰਮੇਸ਼ਰ ਦੇ ਸਿਆਸਨ ਨੂੰ 4 ਪ੍ਰਾਣੀ 6-6 ਕੰਬਾਂ ਦੇ ਨਾਲ ਉਠਾਈ ਬੈਠੇ ਆ। ਉਹ ਪਵਿੱਤਰ ਸਥਾਨ, ਉਹ ਪਵਿੱਤਰ ਨਗਰੀ ਜਿਸ ਦਾ ਦ੍ਰਿਸ਼ਟਾਂਤ ਯਸ਼ਾਇਆ ਨਬੀ ਦੱਸਦਾ ਹੈ, ਕਿੰਨਾ ਸੁੰਦਰ ਹੈ। ਔਰ ਉਸ ਸੁੰਦਰ ਸਥਾਨ ਦੇ ਵਿੱਚ ਲਿਜਾਣ ਦੇ ਲਈ ਪਰਮੇਸ਼ਰ ਨੇ ਆਪਣੇ ਪਿਆਰੇ ਪੁੱਤਰ ਨੂੰ ਮੇਰੇ ਲਈ ਦਿੱਤਾ। ਕੀ ਅਸੀਂ ਉਸ ਸਥਾਨ ਦੇ ਵਿੱਚ ਜਾਣ ਦੇ ਲਈ ਪਰਮੇਸ਼ਰ ਦੀ ਇਸ ਮੁਨਾਦੀ ਕਰਨ ਤੋਂ ਅਸੀਂ ਭੱਜਾਂਗੇ ਜਾਂ ਉਸ ਨੂੰ ਸੁਣਾਵਾਂਗੇ?
फैसला मैं करना है। जे मैं वो मुनादी सुनावांगा, जे मैं वो काम करांगा, ਤਾਂ ਮੈਨੂੰ ਇੱਕ ਅੱਛੇ ਦਾਸ ਦੀ ਤਰ੍ਹਾਂ ਪਰਮੇਸ਼ਰ ਰਿਵਾਰਡ ਦੇਵੇਗਾ ਅਤੇ ਕਹੇਗਾ, ਐ ਵਿਸ਼ਵਾਸਯੋਗ ਦਾਸ, ਆਹ ਮੇਰੇ ਸੱਜੇ ਹੱਥ ਬੈਠ, ਕਿਉਂਕਿ ਇਹ ਸਵਰਗ ਦਾ ਰਾਜ ਤੇਰਾ ਹੈ। ਪਰਮੇਸ਼ਰ ਮੈਨੂੰ ਆਪਣੀ ਇਸ ਮੁਨਾਦੀ ਦੇ ਨਾਲ ਆਪਣੀ ਸੇਵਾ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ। ਬਹੁਤ ਸਾਰੇ ਲੋਕ ਪ੍ਰਭੂ ਦੇ ਰਾਜ ਵਿੱਚ ਆਉਂਦੇ ਆ, ਪਰ ਉਹ ਇਹ ਕੰਮ ਕਰਨਾ ਨਹੀਂ ਚਾਹੁੰਦੇ। ਉਹ ਇਸ ਗੱਲ ਦੇ ਵਿੱਚ ਅੱਗੇ ਜਾਣਾ ਨਹੀਂ ਚਾਹੁੰਦੇ। ਕਿਉਂ? ਕਿਉਂਕਿ ਉਹਨਾਂ ਨੂੰ ਡਰ ਹੈ ਮਾਰ ਖਾਣ ਦਾ, ਉਹਨਾਂ ਨੂੰ ਡਰ ਹੈ ਲੋਕਾਂ ਦੀਆਂ ਗਾਲਾਂ ਸੁਣਨ ਤੋਂ। ਪਰ ਮੇਰੇ ਪ੍ਰਭੂ ਨੇ ਸਭ ਕੁਝ ਸਿਹਾ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਪ੍ਰਚਾਰ ਕਰਨ ਦੇ ਲਈ ਨਿਕਲਿਆ ਸੀ, ਮੇਰੇ ਪਿਆਰੇ ਅਜ਼ੀਜ਼ ਬਜ਼ੁਰਗ ਅਜ਼ੀਜ਼ ਰਾਮ ਲਾਲ ਨੇ ਮੈਨੂੰ ਕਿਹਾ ਸੀ ਕਿ ਸਾਨੂੰ ਮੁਨਾਦੀ ਕਰਨੀ ਹੈ। ਮੈਨੂੰ ਕਲੀਸਿਆ ਦੇ ਵਿੱਚੋਂ ਸਿੱਖਿਆ ਦਿੱਤੀ ਗਈ ਸੀ ਕਿ ਜੇ ਤੁਸੀਂ ਬਚ ਗਏ, ਜਾਓ, ਜਾ ਕੇ ਤੁਸੀਂ ਵੀ ਪ੍ਰਚਾਰ ਕਰੋ। ਜਦੋਂ ਮੈਂ ਪਹਿਲੀ ਵਾਰ ਆਪਣੇ ਖੇਤਰ ਤੋਂ ਦੂਸਰੇ ਖੇਤਰ ਦੇ ਵਿੱਚ ਜਾ ਕੇ ਮੈਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਤਾਂ ਲੋਕਾਂ ਨੇ ਮੈਨੂੰ ਕੁੱਟਿਆ, ਲੋਕਾਂ ਨੇ ਧੱਕੇ ਮਾਰੇ, ਮੇਰੇ ਸੱਟਾਂ ਲੱਗੀਆਂ। ਇਹ ਮੇਰਾ ਵਿਅਕਤੀਗਤ ਪਹਿਲਾ ਅਨੁਭਵ ਸੀ। ਪਰ ਮੈਂ ਜਦੋਂ ਵਾਪਸ ਆਇਆ ਤਾਂ ਮੇਰੇ ਉਹਨਾਂ ਪਿਆਰੇ ਅਜ਼ੀਜ਼ਾਂ ਨੇ ਮੈਨੂੰ ਤਸੱਲੀ ਦਿੱਤੀ। ਕੀ ਤਸੱਲੀ ਦਿੱਤੀ? ਮਤੀ ਰਚੀ ਸੁਸਮਾਚਾਰ ਉਸ ਦਾ 5 ਅਧਿਆਏ ਉਸ ਦੀ 11-12 ਆਇਤ ਦੇ ਵਿੱਚ, ਜੇ ਲੋਕ ਤੁਹਾਨੂੰ ਸਤਾਉਣ, ਬੋਲੀਆਂ ਮਾਰਨ ਅਤੇ ਤੁਹਾਨੂੰ ਠੱਠਿਆਂ ਦੇ ਵਿੱਚ ਉਡਾਉਣ ਤਾਂ ਤੁਸੀਂ ਦੁਖੀ ਨਾ ਹੋਣਾ, ਤੁਸੀਂ ਆਨੰਦ ਹੋਣਾ। ਕਿਉਂ? ਕਿਉਂਕਿ ਸਵਰਗ ਦੇ ਵਿੱਚ ਤੁਹਾਡੇ ਲਈ ਪਰਮੇਸ਼ਵਰ ਨੇ ਬੜਾ ਵੱਡਾ ਫਲ ਰੱਖਿਆ ਹੈ। ਅਸੀਂ ਉਸ ਫਲ ਦੇ ਲਈ ਦਿਨ ਪ੍ਰਤੀ ਦਿਨ ਮਿਹਨਤ ਕਰ ਰਹੇ ਹਾਂ। ਕਿੰਨੇ ਵਾਰ ਅਸੀਂ ਇਹਨਾਂ ਭੋਜਨਾਂ ਦੇ ਵਿੱਚ, ਇਹਨਾਂ ਦੁੱਖਾਂ ਦੇ ਵਿੱਚ, ਇਹਨਾਂ ਕਸ਼ਟਾਂ ਦੇ ਵਿੱਚ, ਇਹਨਾਂ ਮਾਰਾਂ ਦੇ ਵਿੱਚ ਹੋ ਕੇ ਲੰਘੇ। ਸਾਨੂੰ ਇੱਕ ਚੀਜ਼ ਦਾ ਯਕੀਨ ਮਿਲ ਗਿਆ, ਜੇ ਅੱਜ ਮਰ ਗਏ ਤਾਂ ਅਸੀਂ ਧਰਤੀ ਦੀ ਥੋਹ ਦੇ ਵਿੱਚ ਨਹੀਂ, ਸਵਰਗ ਦੇ ਵਿੱਚ ਪਰਮੇਸ਼ਰ ਦੇ ਨਾਲ ਹੋਵਾਂਗੇ। ਕਿਉਂ? ਕਿਉਂਕਿ ਪਰਮੇਸ਼ਰ ਨੇ ਮੇਰੇ ਨਾਲ ਵਾਅਦਾ ਕੀਤਾ ਹੈ, ਜਿੱਥੇ ਮੈਂ ਹਾਂ ਉੱਥੇ ਤੁਸੀਂ ਹੋਵੋਗੇ। ਕੀ ਤੁਸੀਂ ਪਰਮੇਸ਼ਰ ਦੇ ਨਾਲ ਹੋਣਾ ਚਾਹੁੰਦੇ ਹੋ? ਕੀ ਤੁਸੀਂ ਪਰਮੇਸ਼ਰ ਦੇ ਨਾਲ ਰਹਿ ਕੇ ਰਾਜ ਕਰਨਾ ਚਾਹੁੰਦੇ ਹੋ? ਕੀ ਤੁਸੀਂ ਇਹਨਾਂ ਦੁੱਖਾਂ ਤੋਂ ਅਲੱਗ ਹੋ ਕੇ ਪਰਮੇਸ਼ਰ ਦੀ ਸ਼ਾਂਤੀ ਦੇ ਰਾਜ ਵਿੱਚ ਜਾਣਾ ਚਾਹੁੰਦੇ ਹੋ? ਜੇ ਜਾਣਾ ਚਾਹੁੰਦੇ ਹੋ ਤਾਂ ਪਰਮੇਸ਼ਰ ਦੀ ਹਜ਼ੂਰੀ ਤੋਂ ਕਦੇ ਭੱਜਿਓ ਨਾ। ਉਹਦੀ ਆਗਿਆ ਜੋ ਉਹ ਸਾਨੂੰ ਦਿੰਦਾ ਉਸ ਤੋਂ ਪਿੱਛਾ ਨਾ ਹਟਿਓ। ਜੇ ਉਹ ਸਾਨੂੰ ਕਹਿੰਦਾ ਹੈ ਕਿ ਤੁਸੀਂ ਮੇਰੀ ਮੁਨਾਦੀ ਕਰੋ ਤਾਂ ਮੁਨਾਦੀ ਕਰਨ ਤੋਂ ਕਦੇ ਵੀ ਟਲਿਓ ਨਾ। ਪਰਮੇਸ਼ਰ ਤੁਹਾਨੂੰ ਆਪਣਾ ਇਨਾਮ ਦੇਣ ਦੇ ਲਈ ਦੁਆਰ ਦੇ ਉੱਤੇ ਖੜਾ ਹੋਇਆ ਹੈ। ਤੁਸੀਂ ਜੇ ਉਸ ਇਨਾਮ ਨੂੰ ਲੈਣਾ ਚਾਹੁੰਦੇ ਹੋ ਤਾਂ ਕਦੇ ਵੀ ਉਹਦੀ ਮੁਨਾਦੀ ਸੁਣਾਉਣ ਤੋਂ ਪਿੱਛੇ ਨਾ ਹਟਿਓ, ਕਿਉਂਕਿ ਜਿਹੜੇ ਉਹਦੇ ਪੁੱਤਰ ਹੈ ਉਹ ਉਸ ਦੇ ਨਾਲ ਜ਼ਰੂਰ ਹਮੇਸ਼ਾ ਦੇ ਲਈ ਰਾਜ ਕਰਨਗੇ। ਇਹ ਮੈਨੂੰ ਪਰਮੇਸ਼ਰ ਦਾ ਮਿਲਿਆ ਹੋਇਆ ਵਾਅਦਾ ਹੈ, ਔਰ ਇਸ ਵਾਅਦੇ ਦੇ ਨਾਲ ਮੈਂ ਉਸ ਦੇ ਰਾਜ ਦੇ ਵਿੱਚ, ਉਸ ਦੀ ਜਿਉਂਦੀ ਆਸ ਦੇ ਵਿੱਚ ਦਿਨ ਪ੍ਰਤੀ ਦਿਨ ਉਹਦੇ ਕਾਰਜ ਕਰਦਾ ਹੋਇਆ ਅੱਗੇ ਵਧ ਰਿਹਾ। ਇੱਕ ਵਚਨ ਪੜ੍ਹ ਕੇ ਮੈਂ ਸਮਾਪਤੀ ਕਰਾਂਗਾ। ਦੂਸਰਾ ਪਤਰਸ ਉਸ ਦਾ 3 ਅਧਿਆਇ ਉਸ ਦੀ 9 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਕੁਝ ਇਸ ਤਰ੍ਹਾਂ ਲਿਖਿਆ ਹੋਇਆ ਹੈ, 3:9 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਪ੍ਰਭੂ ਆਪਣੇ ਵਾਅਦੇ ਦਾ ਮੱਠਾ ਨਹੀਂ, ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਧਰਦਾ ਹੈ, ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਾਈ ਕਿਸੇ ਦਾ ਨਾਸ ਹੋਵੇ, ਸਗੋਂ ਸਭੇ ਤੌਬਾ ਵੱਲ ਮੁੜਨ। ਮੇਰਾ ਅਤੇ ਆਪ ਦਾ ਇਹ ਸੰਦੇਸ਼ ਹੋਣਾ ਚਾਹੀਦਾ ਹੈ। ਇਸ ਲਈ ਕਦੇ ਵੀ ਪਰਮੇਸ਼ਰ ਦੀ ਹਜ਼ੂਰੀ ਤੋਂ, ਉਹਦੇ ਦਿੱਤੇ ਹੋਏ ਹੁਕਮ ਦੇ ਨਾਲ ਕਦੇ ਵੀ ਉਸ ਤੋਂ ਦੂਰ ਨਾ ਭੱਜੋ, ਕਿਉਂਕਿ ਪਰਮੇਸ਼ਰ ਆਪ ਨੂੰ ਆਪਣਾ ਇਨਾਮ ਦੇਣਾ ਚਾਹੁੰਦਾ ਹੈ। ਜੇ ਤੁਸੀਂ ਉਸ ਇਨਾਮ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਰੋਜ਼ ਉਸ ਦੀ ਮੁਨਾਦੀ ਕਰਨ ਤੋਂ ਕਦੇ ਪਿੱਛੇ ਨਾ ਹਟੋ, ਕਿਉਂਕਿ ਉਹਨੇ ਮੈਨੂੰ ਮੁਨਾਦੀ ਦਾ ਇੱਕ ਹੁਕਮ ਦਿੱਤਾ ਹੋਇਆ ਹੈ, ਜਾਓ, ਜਾ ਕੇ ਸਰਵੱਤ ਸ੍ਰਿਸ਼ਟੀ ਦੇ ਵਿੱਚ ਉਸ ਦੀ ਖੁਸ਼ਖਬਰੀ ਦਾ ਪ੍ਰਚਾਰ ਕਰੋ। ਪ੍ਰਭੂ ਆਪ ਨੂੰ ਇਸ ਤਰ੍ਹਾਂ ਕਰਨ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।